ਹੇ ਮਨੁੱਖੋ, ਬਰਫ਼ ਤੋਂ ਢਕੇ ਹੋਏ ਪਹਾੜ, ਨਦੀਆਂ, ਸਮੁੰਦਰ ਜਿਸ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ, ਦਿਸ਼ਾਵਾਂ ਜਿਸ ਦੀ ਬਾਹਾਂ ਹਨ, ਅਸੀਂ ਉਸ ਵਿਰਾਟ ਵਿਸ਼ਵ ਮਾਨਵ ਪਰਮਾਤਮਾ ਨੂੰ ਕਦੇ ਨਾ ਭੁੱਲੀਏ। ਰਿਗਵੇਦ। ਜੇਕਰ ਪਰਬ੍ਰਹਮ ਪਰਮਾਤਮਾ ਨੂੰ ਸਮਝਣਾ ਹੋਵੇ ਤਾਂ ਇੱਕ ਚੰਗੀ ਵਿਵਸਥਾ, ਚੰਗਾ ਸੰਚਾਲਨ ਕਰਨ ਵਾਲੀ ਸੰਪੂਰਨ ਸੱਤਾ ਨਾਲ ਉਸਦੀ ਤੁਲਨਾ ਕੀਤੀ ਜਾ ਸਕਦੀ ਹੈ, ਜੋ ਖੁਦ ਸਾਰੀ ਸ੍ਰਿਸ਼ਟੀ ਵਿੱਚ ਵਿਆਪਤ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਪੁਸਤਕ ਦਾ ਨਾਂ ਨਿਆਮਕ ਸੱਤਾ ਅਤੇ ਉਸਦੀ ਵਿਧੀ ਵਿਵਸਥਾ। ਸਰੀਰ ਤੋਂ ਲੈ ਕੇ ਬ੍ਰਹਿਮੰਡ ਅਤੇ ਚੇਤਨਾ ਜਗਤ ਵਿੱਚ ਇੱਕ ਨਿਯਮ ਵਿਵਸਥਾ ਕੰਮ ਕਰ ਰਹੀ ਹੈ। ਪ੍ਰਾਣੀ ਪੈਦਾ ਹੁੰਦੇ ਹਨ, ਜਵਾਨ ਹੁੰਦੇ ਹਨ ਅਤੇ ਬੁੱਢੇ ਹੋ ਕੇ ਮ੍ਰਿਤਿੂ ਨੂੰ ਪ੍ਰਾਪਤ ਹੋ ਜਾਂਦੇ ਹਨ। ਇਸ ਪ੍ਰਕਿਰਿਆ ਵਿੱਚ ਇੱਕ ਨਿਰਧਾਰਤ ਉਪਕ੍ਰਮ ਦਿਖਾਈ ਪੈਂਦੀ ਹੈ। ਅਜਿਹਾ ਕਦੇ ਨਹੀਂ ਹੁੰਦਾ ਕਿ ਕੱਲ੍ਹ ਬੁੱਢੇ ਦੇ ਰੂਪ ਵਿੱਚ ਪੈਦਾ ਹੋ ਕੇ ਅਤੇ ਜਵਾਨ ਹੋ ਕੇ ਬੱਚੇ ਦੀ ਸਥਿਤੀ ਵਿੱਚ ਪਹੁੰਚਣ ਤੱਕ ਹਰ ਜੀਵ, ਭਾਵੇਂ ਮਨੁੱਖ ਹੋਣ ਜਾਂ ਛੋਟੇ ਜੀਵ, ਸਾਰੇ ਇਸੀ ਵਿਵਸਥਾ ਦੇ ਅਧੀਨ ਹੀ ਗਤੀਸ਼ੀਲ ਹਨ। ਪ੍ਰਾਣੀਆਂ ਅਤੇ ਬਨਸਪਤੀਆਂ ਦੇ ਉਤਪੰਨ ਹੋਣ, ਵਿਕਸਤ ਹੋ ਕੇ ਜਰਜਰ ਹਾਲਤ ਵਿੱਚ ਜਾ ਪਹੁੰਚਦੇ ਹਨ ਅਤੇ ਇਸ ਲਈ ਸਮਾਪਤ ਹੋ ਜਾਣ ਦੇ ਕ੍ਰਮ ਵਿੱਚ ਸ਼ਾਇਦ ਹੀ ਕਦੇ ਕੋਈ ਗੜਬੜ ਦੇਖੀ ਜਾਂਦੀ ਹੋਵੇ। ਨਿਯਮ ਵਿਵਸਥਾ, ਸਹਿਯੋਗ, ਵਿਸ਼ਾਲਤਾ, ਉਦੇਸ਼, ਇਹਨਾਂ ਚੌਹਾਂ ਸਿਧਾਂਤਾਂ ਦੇ ਪਿੱਛੇ ਉਸ ਅਦ੍ਰਿਸ਼ ਸੱਤ ਪ੍ਰਮਾਣ ਮਿਲਦਾ ਹੈ ਜਿਸ ਨੂੰ ਨਿਯਮ ਅਨੁਸਾਰ ਪਰਿਵਰਤਨ ਕਰਨ ਵਾਲਾ ਅਤੇ ਸਰਵ ਵਿਆਪਕ ਪਰਮਾਤਮਾ ਕਿਹਾ ਜਾਂਦਾ ਹੈ। ਇਹ ਚਾਰ ਸਿਧਾਂਤ ਅਜਿਹੇ ਹਨ ਜਿਨ੍ਹਾਂ ਨੂੰ ਸ੍ਰਿਸ਼ਟੀ ਦੇ ਕਣ-ਕਣ ਵਿੱਚ ਵਿਆਪਤ ਦੇਖਿਆ ਜਾ ਸਕਦਾ ਹੈ। ਹੱਠ ਨੂੰ ਛੱਡਿਆ ਜਾਵੇ ਅਤੇ ਦੂਰਦਰਸ਼ਿਤਾ ਅਪਣਾਈ ਜਾਵੇ ਤਾਂ ਸ੍ਰਿਸ਼ਟੀ ਦੇ ਇਹਨਾਂ ਚੌਹਾਂ ਸਿਧਾਂਤਾਂ ਵਿੱਚ ਪਰਮਾਤਮ ਸੱਤਾ ਦੇ ਇੰਨੇ ਪ੍ਰਮਾਣ ਖਿਲਰੇ ਪਏ ਹਨ ਜਿਨ੍ਹਾਂ ਨੂੰ ਦੇਖ ਕੇ ਕੋਈ ਹੀ ਵਿਚਾਰਸ਼ੀਲ ਵਿਅਕਤੀ ਪਰਮਾਤਮਾ ਦੀ ਹੋਂਦ ਤੋਂ ਇਨਕਾਰ ਨਹੀਂ ਕਰ ਸਕਦਾ। ਫਿਰ ਵੀ ਉਸਦੀ ਹੋਂਦ ਨਾਲ ਜੁੜੇ ਬਹੁਤ ਸਾਰੇ ਪ੍ਰਸ਼ਨ ਸਾਡੇ ਮਨ ਵਿੱਚ ਪੈਦਾ ਹੁੰਦੇ ਹਨ। ਪ੍ਰਕਿਰਤੀ ਨੂੰ ਵਿਵਸਥਿਤ ਅਤੇ ਸੰਤੁਲਿਤ ਬਣਾਈ ਰੱਖਣ ਦੇ ਪਿੱਛੇ ਉਹ ਕਿਹੜੇ ਸਿਧਾਂਤ ਹਨ ਅਤੇ ਉਹ ਕੀ ਯੋਗਦਾਨ ਪਾਉਂਦੇ ਹਨ? ਸਹਿਯੋਗ ਦਾ ਸਿਧਾਂਤ ਕੀ ਹੈ? ਸਹਿਕਾਰਤਾ ਕੀ ਹੈ? ਉਹ ਮਨੁੱਖ ਦੇ ਜੀਵਨ ਵਿੱਚ ਕਿਸ ਤਰ੍ਹਾਂ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ? ਉਪਯੋਗਿਤਾ ਦਾ ਸਿਧਾਂਤ ਕੀ ਹੈ? ਜੀਵਾਤਮਾ ਦਾ ਪਰਮਾਤਮਾ ਦਾ ਸਰੂਪ ਕੀ ਹੈ? ਆਤਮਾ ਪਰਮਾਤਮਾ ਦਾ ਪ੍ਰਤੀਕ ਅੰਸ਼ ਕਿਸ ਤਰ੍ਹਾਂ ਹੈ? ਮਾਤਾ ਦੇ ਗਰਭ ਵਿੱਚ ਆਉਣ ਤੇ ਪ੍ਰਥਮ ਪ੍ਰਾਣ ਕੌਣ ਸਥਾਪਿਤ ਕਰਦਾ ਹੈ? ਉਸ ਵਿੱਚ ਜੀਵਨ ਸੰਚਾਰ ਦੇ ਰੂਪ ਵਿੱਚ ਹਲਚਲ ਕਿਵੇਂ ਉਤਪੰਨ ਹੁੰਦੀ ਹੈ? ਆਤਮਾ ਕਿਸ ਨੂੰ ਕਹਿੰਦੇ ਹਨ ਅਤੇ ਉਸ ਦਾ ਸਰੂਪ ਕੀ ਹੈ? ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਲੈ ਕੇ ਤੁਹਾਡੇ ਸਨਮੁਖ ਪੇਸ਼ ਹੈ ਇਹ ਪੁਸਤਕ, ਜੋ ਸਾਨੂੰ ਦੱਸਦੀ ਹੈ ਕਿ ਇਸ ਸ੍ਰਿਸ਼ਟੀ ਦੇ ਲਈ ਈਸ਼ਵਰੀ ਸ਼ਕਤੀ ਕਿਸ ਤਰ੍ਹਾਂ ਕੰਮ ਕਰਦੀ ਹੈ ਅਤੇ ਕਿਵੇਂ ਵਿਸ਼ਵ ਨੂੰ ਕਿਸ ਤਰ੍ਹਾਂ ਚੰਗੇ ਢੰਗ ਤੋਂ ਚਲਾਉਂਦੀ ਹੈ। ਪੁਸਤਕ ਦੇ ਸਦਵਾਕ। ਪਤੀ ਪਤਨੀ ਦੀ ਯੋਗਤਾਵਾਂ ਭਿੰਨ-ਭਿੰਨ ਹੁੰਦੀਆਂ ਹਨ। ਜਦੋਂ ਉਹ ਮਿਲ ਜੁਲ ਕੇ ਇੱਕ ਹੋ ਜਾਂਦੇ ਹਨ ਤਾਂ ਦੋਨਾਂ ਨੂੰ ਲਾਭ ਮਿਲਦਾ ਹੈ। ਦੋਨੋਂ ਹੀ ਆਪਣੀ ਕਮੀਆਂ ਨੂੰ ਪੂਰਾ ਕਰਦੇ ਹਨ। ਇਕੱਲਾ ਮਨੁੱਖ ਨਾ ਕਿਸੇ ਨੂੰ ਪਿਆਰ ਕਰ ਸਕਦਾ ਹੈ ਅਤੇ ਨਾ ਉਦਾਰਤਾ ਦਿਖਾ ਸਕਦਾ ਹੈ। ਵਿਰਾਟ ਬ੍ਰਹਿਮੰਡ ਹੀ ਨਹੀਂ, ਸਗੋਂ ਪਦਾਰਥ ਦਾ ਸਭ ਤੋਂ ਛੋਟਾ ਕਣ ਪਰਮਾਣੂ ਵੀ ਇੱਕ ਮਜ਼ਬੂਤ ਵਿਵਸਥਾ ਦਾ ਪ੍ਰਮਾਣ ਦਿੰਦਾ ਹੈ। ਥੋੜ੍ਹੀ ਵਿਗਿਆਨਕ ਬੁੱਧੀ ਅਤੇ ਦਾਰਸ਼ਨਿਕਤਾ ਆਦਮੀ ਨੂੰ ਨਾਸਤਿਕਤਾ ਵੱਲ ਲੈ ਜਾਂਦੀ ਹੈ, ਪਰ ਗੰਭੀਰ ਸ਼ੁੱਧ ਬੁੱਧੀ ਅਤੇ ਦਾਰਸ਼ਨਿਕਤਾ ਮਨੁੱਖ ਨੂੰ ਆਸਤਿਕਤਾ ਵੱਲ ਲੈ ਜਾਂਦੀ ਹੈ। ਇਸ ਲਈ ਸ੍ਰਿਸ਼ਟੀ ਦੀ ਨਿਆਮਕ ਸੱਤਾ ਦੇ ਬਾਰੇ ਇਨਕਾਰ ਕਰਨ ਤੋਂ ਪਹਿਲਾਂ ਗੰਭੀਰਤਾ ਤੋਂ ਵਿਚਾਰਨਾ ਚਾਹੀਦਾ ਹੈ। ਜਿਸ ਤਰ੍ਹਾਂ ਸਰੀਰ ਦੀ ਕੋਸ਼ਿਕਾਵਾਂ ਅਤੇ ਟਿਸ਼ੂ ਮਿਲ ਜੁਲ ਕੇ ਜੀਵਨ ਦੀ ਗਤੀਵਿਧੀਆਂ ਦਾ ਸੰਚਾਲਨ ਕਰਦੇ ਹਨ, ਉਸੇ ਤਰ੍ਹਾਂ ਸੰਸਾਰ ਦੇ ਅੱਡ-ਅੱਡ ਹਿੱਸੇ ਇੱਕ ਦੂਜੇ ਦੇ ਪੂਰਕ ਬਣ ਕੇ ਸ੍ਰਿਸ਼ਟੀ ਸੰਤੁਲਨ ਨੂੰ ਵਿਵਸਥਿਤ ਰੱਖਦੇ ਹਨ। ਪੁਸਤਕ ਦੇ ਮੁੱਖ ਬਿੰਦੂ। ਕਣ-ਕਣ ਵਿੱਚ ਵਿਆਪਕ ਇੱਕ ਹੀ ਚੇਤਨ ਸੱਤਾ, ਸੰਤੁਲਨ ਅਤੇ ਅਨੁਸ਼ਾਸਨ ਦੀ ਈਸ਼ਵਰੀ ਵਿਵਸਥਾ, ਆਪਸੀ ਸਹਿਯੋਗ ਤੋਂ ਗਤੀਸ਼ੀਲ ਜੀਵਨ ਚੱਕਰ, ਸਭ ਦੇ ਲਈ ਇੱਕੋ ਜਿਹੇ ਨਿਯਮ, ਸਹਿਕਾਰਤਾ ਹੀ